ਤੁਸੀਂ ਬਹੁਤ ਵਧੀਆ, ਤੁਸੀਂ ਬੜੇ ਵਿਸਤਾਰ ਨਾਲ ਇਹਦੇ 'ਤੇ ਗੱਲਬਾਤ ਕੀਤੀ। ਅੱਛਾ, ਇਹ ਦੱਸੋ ਕਿ ਜਿਹੜੇ ਪੰਜਾਬੀ ਬੋਲੀ ਵਿੱਚ ਅਖਬਾਰ ਨੇ ਉਹਨਾਂ ਨੂੰ ਤਾਂ ਤੁਸੀਂ ਇਹਦੇ 'ਚ ਲਿਆ ਹੀ ਹੈ, ਜਿਹੜੇ ਇੱਥੇ ਸਥਾਨਕ ਲੋਕਾਂ ਵੱਲੋਂ, ਆਪਣੇ ਲੋਕਾਂ ਵੱਲੋਂ ਅੰਗਰੇਜ਼ੀ ਦੇ ਵਿੱਚ ਪਰਚੇ ਜਾਂ ਅਖਬਾਰ ਛਪਦੇ ਨੇ, ਜਿਵੇਂ ਲਿੰਕ ਹੈ ਜਾਂ ਸਾਊਥ ਏਸ਼ੀਅਨ ਪੋਸਟ ਹੈ, ਉਹਨਾਂ ਨੂੰ ਵੀ ਇਹਦੇ ਵਿੱਚ ਕਵਰ ਕੀਤਾ ਹੈਗਾ? ਅਸਲ 'ਚ ਜਿਹੜਾ ਇਹ ਥੀਸਿਸ ਹੈ, ਜਿਸ ਤਰ੍ਹਾਂ ਕਿ ਇਸ ਦੇ ਵਿੱਚ ਮੈਂ ਜ਼ਿਕਰ ਵੀ ਕੀਤਾ ਕਿ ਕੈਨੇਡਾ ਵਿੱਚ ਪੰਜਾਬੀ ਮੀਡੀਆ ਸਰਵੇਖਣ ਤੇ ਮੁਲਾਂਕਣ, ਸੋ ਸਾਹਿਤਕ ਪੱਤਰਕਾਰੀ ਪੰਜਾਬੀ ਦੀ ਬੁਨਿਆਦੀ ਤੌਰ ਤੇ ਰੱਖੀ ਹੈ, ਜਾਂ ਇਸੇ ਤਰ੍ਹਾਂ ਰੇਡੀਓ ਸਟੇਸ਼ਨ ਵੀ ਜਿਹੜੇ ਪੰਜਾਬੀ ਪ੍ਰੋਗਰਾਮ ਪ੍ਰਸਾਰਿਤ ਕਰਦੇ ਨੇ, ਕੋਈ ਓਨਰ ਜਿਹੜਾ ਹੈ ਪੰਜਾਬੀ ਕਿਸੇ ਅੰਗਰੇਜ਼ੀ ਪ੍ਰੋਗਰਾਮ ਦਾ, ਉਸ ਨੂੰ ਬਕਾਇਦਗੀ ਨਾਲ ਇਸ ਦੇ ਵਿੱਚ ਵਿਚਾਰ ਨਹੀਂ ਕੀਤਾ ਗਿਆ। ਹਾਂ, ਚੱਲਦੇ ਹੋਏ ਜ਼ਿਕਰ ਕੀਤਾ, ਜਿਸ ਤਰ੍ਹਾਂ ਮੈਂ ਗਦਰ ਮੂਵਮੈਂਟ ਦੇ ਬਾਰੇ ਗੱਲ ਕਰ ਰਿਹਾ ਸੀ ਤਾਂ ਹਿੰਦੁਸਤਾਨੀ ਇੱਥੋਂ ਪ੍ਰਕਾਸ਼ਿਤ ਹੋਇਆ ਅਖਬਾਰ। ਇਸ ਤਰ੍ਹਾਂ ਤਾਰਿਕ ਨਾਥ ਰਹੀਮ, ਕੁਝ ਇੱਕ ਹੋਰਾਂ ਨੇ ਸਮੇਂ ਸਮੇਂ ਕੁਝ ਹੋਰ ਰਚਨਾਵਾਂ ਵੀ ਇਹੋ ਜਿਹੀਆਂ ਪ੍ਰਕਾਸ਼ਿਤ ਕੀਤੀਆਂ, ਉਹਨਾਂ ਨੂੰ ਜ਼ਰੂਰ ਵਿੱਚ ਛੋਹਿਆ, ਪਰ ਇਸ ਨੂੰ ਨਿੱਠ ਕੇ ਜੇ ਕੰਮ ਕੀਤਾ ਤਾਂ ਇਹ ਬੁਨਿਆਦੀ ਤੌਰ 'ਤੇ ਕੈਨੇਡਾ ਦੇ ਵਿੱਚ ਪੰਜਾਬੀ ਦੇ ਵਿੱਚ ਜਿਹੜੀ ਪੱਤਰਕਾਰੀ, ਸਾਹਿਤਕ ਪੱਤਰਕਾਰੀ ਜਾਂ ਰੇਡੀਓ ਦੀ ਗੱਲਬਾਤ ਹੋਈ ਹੈ, ਉਹਨੂੰ ਆਧਾਰ ਬਣਾਇਆ ਗਿਆ। ਅੱਛਾ, ਮੈਂ ਦੇਖ ਰਿਹਾ ਸੀ ਥੀਸਿਸ ਤੁਹਾਡਾ, ਇਹਦੇ ਵਿੱਚ ਬਹੁਤ ਪੁਰਾਣੇ ਅਖਬਾਰ, ਉਹਨਾਂ ਦੀਆਂ ਫੋਟੋਆਂ, ਹੋਰ ਸਾਰਾ ਕੁਛ ਬੜੀ ਮਿਹਨਤ ਨਾਲ ਇਕੱਠਾ ਕੀਤਾ ਤੁਸੀਂ। ਉਹ ਇਹ ਸਾਰੇ 5 ਸਾਲ ਦੇ ਸਮੇਂ ਦੌਰਾਨ ਤੁਹਾਨੂੰ ਕਿਹੜੀਆਂ ਵਿਸ਼ੇਸ਼ ਕੋਈ ਖਾਸ ਵਿਚਾਰਧਾਰਕ ਜਾਂ ਹੋਰ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ? ਕਿਉਂਕਿ ਇੱਕ ਗੱਲ ਤਾਂ ਜ਼ਰੂਰ ਹੁੰਦੀ ਹੈ ਕਿ ਜਦੋਂ ਕਿਸੇ ਦੀ ਆਲੋਚਨਾ ਤੁਰੇ ਜਾਂਦੇ ਕਰ ਦੇਣਾ ਬੜਾ ਸੌਖਾ ਹੁੰਦਾ ਹੈ, ਪਰ ਜਦੋਂ ਤੁਸੀਂ ਕੰਮ ਕਰਨਾ ਹੋਵੇ ਤਾਂ ਫਿਰ ਉਸ ਦੇ ਲਈ ਬਹੁਤ ਔਖਾ ਹੁੰਦਾ ਅਤੇ ਬੜਾ ਮਿਹਨਤ ਕਰਨੀ ਪੈਂਦੀ ਹੈ। ਪਰ ਲੋਕਾਂ ਨੇ ਬਹੁਤ ਜ਼ਿਆਦਾ ਮਿਹਨਤਾਂ ਕਰਕੇ ਇਹ ਉਸ ਵੇਲੇ ਆਪਣੀਆਂ ਸੇਵਾਵਾਂ ਨਿਭਾਈਆਂ, ਅਤੇ ਸਾਡੀ ਮਿਹਨਤ ਜਾਂ ਕੋਸ਼ਿਸ਼ ਉਹਦੇ ਅੱਗੇ ਇੱਕ ਬਹੁਤ ਤੁੱਛ ਨਿਆਈ ਹੈ, ਕੁਛ ਵੀ ਨਹੀਂ। ਮੈਂ ਦੇਖ ਰਿਹਾ ਸੀ ਵੀ ਜਦੋਂ 1910-12 ਦੇ ਵਿੱਚ ਕੋਈ ਸਾਧਨ ਨਹੀਂ ਸੀ, ਲਿਖਤੀ ਤੌਰ 'ਤੇ ਹੱਥਾਂ ਨਾਲ ਅਖਬਾਰ ਤਿਆਰ ਕਰਨੇ, ਫਿਰ ਉਹਨਾਂ ਨੂੰ ਪਹੁੰਚਾਉਣਾ ਕਿਵੇਂ, ਪ੍ਰਕਾਸ਼ਿਤ ਕਿਵੇਂ ਕਰਨਾ, ਉਹਨਾਂ ਨੂੰ ਭਾਰਤ ਦੀਆਂ ਛਾਉਣੀਆਂ ਤੱਕ ਕਿਵੇਂ ਪੇਸ਼ ਕਰਨਾ। ਤੁਸੀਂ ਗਦਰ ਦੀ ਗੱਲ ਕਰੋ, ਮੈਂ ਜਦੋਂ ਸਰਦਾਰ ਕਰਤਾਰ ਸਿੰਘ ਸਰਾਭਾ ਉਹਨੂੰ ਪੰਜਾਬੀ ਗਦਰ 1913 ਦੇ ਵਿੱਚ ਨਵੰਬਰ 'ਚ ਜਦੋਂ ਛਾਪਿਆ, ਅਤੇ ਉਸ ਨੂੰ ਉਸ ਵੇਲੇ ਬਾਬਾ ਸੋਹਣ ਸਿੰਘ ਪਕਣਾ ਆਪਣੀ ਜੀਵਨੀ 'ਚ ਲਿਖਦੇ ਆ ਕਿ ਜਿਸ ਵੇਲੇ ਇਹਨਾਂ ਦੇ ਅੰਦਰ ਜਿਹੜਾ ਇੱਕ ਜਜ਼ਬਾ ਸੀ ਨਾ, ਵੀ ਅਸੀਂ ਦੇਖਦੇ ਸੀ, ਇਉਂ ਲੱਗਦਾ ਸੀ ਵੀ ਸਾਡਾ ਸਾਰਾ ਕੁਛ ਅਸੀਂ ਇਸ ਦੇ ਨਾਂ ਕਰ ਦਈਏ, ਸਾਡੀ ਜਿੰਦ ਜਾਨ ਇਸ ਤੋਂ ਕੁਰਬਾਨ ਹੈ। ਇੱਕ ਸਮਾਂ ਆਇਆ, ਗੁਰਚਰਨ ਸਿੰਘ ਸੈਂਸਰਾ ਇੱਥੋਂ ਤੱਕ ਲਿਖਦੇ ਆ ਕਿ ਦੁਨੀਆ ਭਰ ਦੇ ਵਿੱਚ ਉਸ ਅਖਬਾਰ ਦੀਆਂ 10 ਲੱਖ ਤੱਕ ਕਾਪੀਆਂ ਜਿਹੜੀਆਂ ਪਹੁੰਚ ਗਈਆਂ ਉਸ ਵੇਲੇ, ਜਦੋਂ ਸਾਧਨਾਂ ਦੀ ਘਾਟ ਸੀ। ਤਾਂ ਜਦੋਂ ਮੈਂ ਇਸ ਨੂੰ ਖੋਜਣ ਦੀ ਕੋਸ਼ਿਸ਼ ਕੀਤੀ, ਸਟਾਕਟਨ, ਕੈਲੀਫੋਰਨੀਆ, ਐਡਮਿੰਟਨ, ਕੈਲਗਰੀ, ਟੋਰਾਂਟੋ, ਕੈਨੇਡਾ ਦੇ ਹਿੱਸੇ, ਛੋਟੇ ਸ਼ਹਿਰਾਂ 'ਚ ਸਾਰੇ ਥਾਵਾਂ 'ਤੇ ਜਾ ਕੇ ਕੋਸ਼ਿਸ਼ ਕੀਤੀ, ਕਿਸੇ ਕੋਲ ਕੁਝ ਹੋਵੇ, ਕਿਸੇ ਕੋਲ ਕੁਝ ਹੋਵੇ। ਪੁਰਾਣੇ ਬਜ਼ੁਰਗ, ਕਿਤੇ ਅਸੀਂ ਅਰਜੁਨ ਸਿੰਘ ਜੀ ਚੰਦਨਵਾ, ਉਹਨਾਂ ਦੀ ਇੱਕ ਇਤਿਹਾਸਕ ਡਾਇਰੀ ਹੈ, ਉਹਨਾਂ ਦੇ ਬੇਟੇ, ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ, ਪਰ ਉਹਨਾਂ ਨੇ ਆਪਣੇ ਬਜ਼ੁਰਗ ਦੀ ਉਹ ਜਿਹੜੀ ਚੀਜ਼ ਹੈ ਉਹ ਇਉਂ ਸਾਂਭ ਕੇ ਰੱਖੀ ਹੈ ਵੀ ਆਪਣੇ ਸੀਨੇ ਨਾਲ ਲਾ ਕੇ, ਵੀ ਆਹ ਜਿਹੜੇ ਮੇਰੇ ਬਾਪ ਨੇ ਕੁਝ ਇਕੱਠਾ ਕੀਤਾ, ਕੋਈ ਕੀਮਤੀ ਗੱਲ ਹੋਣੀ ਹੈ ਜਿਹਨੂੰ ਉਹ ਸਾਨੂੰ ਦੇ ਕੇ ਗਿਆ। ਨਹੀਂ ਤਾਂ ਬਦਕਿਸਮਤੀ ਹੈ ਕਿ ਸਾਨੂੰ ਬਜ਼ੁਰਗਾਂ ਦੀ ਜ਼ਮੀਨ ਜਾਇਦਾਦ ਦਿੰਦੀ ਹੈ, ਜਾਂ ਉਹਨਾਂ ਦੇ ਡਾਲਰ ਦਿੰਦੇ ਨੇ ਕਿ ਕਿੰਨੀ ਕੁ ਤਿਜੋਰੀਆਂ 'ਚ ਪੈਸੇ ਨੇ। ਉਹਨਾਂ ਦੀਆਂ ਕਿਤਾਬਾਂ ਜਦੋਂ ਉਹ ਤੁਰ ਜਾਂਦੇ ਨੇ ਨਾ, ਅਸੀਂ ਕਹਿੰਦੇ ਹਾਂ ਕਿ ਇਹ ਜੰਕ 'ਚ ਸੁੱਟ ਦਈਏ ਜਾਂ ਗਾਰਬੇਜ 'ਚ ਭੇਜ ਦਈਏ, ਜਾਂ ਇਹ ਸਾਡੇ ਲਈ ਕੋਈ ਅਰਥ ਨਹੀਂ, ਇਹਨਾਂ ਨੂੰ ਪਾਰ ਬੁਲਾ ਦਿਓ। ਉਹਨਾਂ ਦੀ ਉਹ ਜਿਹੜੀ ਅਸਲ ਵਿਰਾਸਤ ਹੈ ਉਸ ਨੂੰ ਨਹੀਂ ਸਮਝਦੇ। ਪਰ ਅਰਜਨ ਸਿੰਘ ਚੰਦਨਵਾ ਦੇ ਬੇਟੇ ਅਤੇ ਉਹਨਾਂ ਦੇ ਪਰਿਵਾਰ ਨੇ ਇਸ ਨੂੰ ਬਹੁਤ ਭਾਵਨਾ ਨਾਲ ਅਮਰਜੀਤ ਸਿੰਘ ਅਤੇ ਪ੍ਰਕਾਸ਼ ਕੌਰ ਇਕੱਠਿਆਂ ਕੀਤਾ, ਉਹਨਾਂ ਨੇ ਸਪੁਰਦ ਕੀਤਾ। ਇਸੇ ਤਰੀਕੇ ਨਾਲ ਤੁਸੀਂ ਦੇਖੋ ਸਟਾਕਟਨ ਦੇ ਵਿੱਚ ਅੱਜ ਵੀ ਉਹ ਗੁਰਦੁਆਰਾ ਮੌਜੂਦ ਹੈ। 1912 ਦੇ ਵਿੱਚ ਜਿਹੜਾ ਬਾਬਾ ਵਿਸਾਖਾ ਸਿੰਘ ਹੋਰਾਂ ਨੇ, ਭਾਈ ਜਵਾਲਾ ਸਿੰਘ ਹੋਰਾਂ ਨੇ ਸਥਾਪਿਤ ਕੀਤਾ, ਸੰਤੋਖ ਸਿੰਘ ਜੀ ਵਰਗਿਆਂ ਨੇ, ਉੱਥੇ ਉਹ ਇੱਕ ਮੰਚ ਉਹਨਾਂ ਨੇ ਪ੍ਰਦਾਨ ਕੀਤਾ ਕਿ ਇੱਥੇ ਗਦਰ ਦੇ ਬਾਰੇ ਗੱਲ ਹੋਏਗੀ ਅਤੇ ਇੱਕ ਲਹਿਰ ਤੁਰੀ ਜਾਏਗੀ। ਉੱਥੋਂ ਜਿੰਨਾ ਕੁ ਉਸ ਵੇਲੇ ਦਾ ਇਤਿਹਾਸਕ ਖਜ਼ਾਨਾ ਮਿਲ ਸਕਿਆ ਲਿਆਂਦਾ। ਬੇਸ਼ੱਕ 1907-08 ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਦੇ ਸਥਾਪਿਤ ਹੋਣ ਤੋਂ ਬਾਅਦ ਵੈਨਕੂਵਰ 'ਚ 2nd ਐਵਨਿਊ 'ਤੇ ਜਿਹੜਾ ਗੁਰਦੁਆਰਾ ਸੀ, ਜਿਹੜਾ ਸਭ ਤੋਂ ਪੁਰਾਣਾ ਉੱਤਰੀ ਅਮਰੀਕਾ ਦਾ ਗੁਰਦੁਆਰਾ ਸੀ, ਉਹ ਸਾਡੀ ਬਦਕਿਸਮਤੀ ਜਾਂ ਲੀਡਰਸ਼ਿਪ ਦੀ ਨਾਅਹਿਲੀਅਤ ਕਾਰਨ
70ਵਿਆਂ ਦੇ ਵਿੱਚ ਵਿਕ ਗਿਆ ਜਾਂ ਉਹਨਾਂ ਨੇ ਵੇਚ ਦਿੱਤਾ। ਕੀ ਮਜਬੂਰੀਆਂ ਸਨ ਇਹ ਵੱਖਰਾ ਵਿਸ਼ਾ ਹੈ, ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਉਹ ਸੰਭਾਲਣਾ ਚਾਹੀਦਾ ਸੀ। ਇਤਿਹਾਸਕ ਵਿਰਸਾ ਸੀ, ਜਿਵੇਂ ਕਿ ਅੱਜ ਵੀ ਐਵਸਪੋਰਟ ਦੇ ਵਿੱਚ 1911 ਦਾ ਬਣਿਆ ਗੁਰਦੁਆਰਾ, ਜਿਹਨੂੰ ਕੈਨੇਡਾ ਦੇ ਵਿੱਚ ਹੈਰੀਟੇਜ ਦਾ ਦਰਜਾ ਦਿੱਤਾ। ਵਿਰਾਸਤੀ ਗੁਰਦੁਆਰੇ ਦੇ ਐਵਸਪੋਰਟ ਦੇ ਵਿੱਚ ਇੱਕੋ ਇੱਕ ਵਿਰਾਸਤੀ ਬਿਲਡਿੰਗ ਹੈ ਕੈਨੇਡਾ ਦੀ, ਉਹ ਹੈ ਹੈਰੀਟੇਜ ਗੁਰਦੁਆਰਾ। ਸੋ ਸੰਭਾਲਿਆ। ਉਹਨਾਂ ਥਾਵਾਂ ਤੋਂ ਜੋ ਮਿਲਿਆ, ਵਿਅਕਤੀਆਂ ਤੋਂ ਮਿਲਿਆ, ਸੰਸਥਾਵਾਂ ਤੋਂ ਮਿਲਿਆ, ਪੁਰਾਣੇ ਅਖਬਾਰਾਂ ਦੀਆਂ ਕਾਪੀਆਂ ਉਹਨਾਂ ਅਦਾਰਿਆਂ ਤੋਂ ਮਿਲੀਆਂ। ਸੋ ਇਹਦੇ ਵਿੱਚ ਕਾਫੀ ਮੁਸ਼ਕਲ ਚੁਣੌਤੀਆਂ, ਕਈ ਵਾਰੀ ਕਈਆਂ ਕੋਲ ਹੈ ਹੀ ਨਹੀਂ ਸਨ ਕਾਪੀਆਂ। ਮੈਂ ਗਿਆਨ ਸਿੰਘ ਥਿੰਦ ਦੀ ਗੱਲ ਕਰਦਾ, ਉਹ ਅਜੇ ਸਰੀਰਕ ਤੌਰ 'ਤੇ ਸਾਡੇ ਵਿਚਕਾਰ ਮੌਜੂਦ ਨਹੀਂ। 60ਵਿਆਂ ਵਿੱਚ ਦਾ ਕੈਨੇਡੀਅਨ ਸਿੱਖ ਉਹਨਾਂ ਨੇ ਅਖਬਾਰ ਕੱਢਿਆ, ਅਤੇ ਉਹਨਾਂ ਨਾਲ ਮੈਂ ਇੱਕ ਗੱਲਬਾਤ ਕੀਤੀ ਜਦੋਂ ਪਤਾ ਲੱਗਿਆ ਕਿ ਇਹ ਬਜ਼ੁਰਗ ਮੌਜੂਦ ਨੇ। ਜਦੋਂ ਉਹਨਾਂ ਨਾਲ ਸੰਪਰਕ ਕੀਤਾ ਅਤੇ ਫੋਨ 'ਤੇ ਗੱਲਬਾਤ ਕੀਤੀ, ਮੈਂ ਕਿਹਾ ਵੀ ਤੁਹਾਡੇ ਵੱਲੋਂ ਇਹ ਅਖਬਾਰ ਕੱਢਿਆ ਗਿਆ ਸੀ? ਕਹਿੰਦੇ ਹਾਂ ਮੈਂ ਕੱਢਦਾ ਤਾਂ ਸੀ, ਪਰ ਮੇਰੇ ਕੋਲ ਕੋਈ ਕਾਪੀ ਵਗੈਰਾ ਹੈ ਨਹੀਂ। ਅਤੇ ਮੈਂ ਕਿਹਾ ਵੀ ਉਹ ਕਾਪੀਆਂ ਮੇਰੇ ਕੋਲ ਹੈਗੀਆਂ। ਅਤੇ ਉਹਨਾਂ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਕਹਿੰਦੇ ਮੈਂ ਤਾਂ ਸੰਭਾਲ ਨਹੀਂ ਸਕਿਆ ਜਾਂ ਕੁਝ ਵੀ ਕਾਰਨ ਹੋ ਗਿਆ। ਸੋ ਇਹੋ ਜਿਹੀਆਂ ਕੋਸ਼ਿਸ਼ਾਂ ਕੀਤੀਆਂ, ਅਤੇ ਜਦੋਂ ਇਹ ਕਿਤਾਬ ਦੇ ਰੂਪ 'ਚ ਆਇਆ ਤਾਂ ਹੈਰਾਨੀ ਹੋਏਗੀ ਕਿ ਇੱਕ ਥਾਟ ਦੇ ਬਾਰੇ ਵੀ ਪੇਸ਼ ਕਰੇਗਾ ਕਿ 60ਵਿਆਂ ਦੇ ਵਿੱਚ, 50ਵਿਆਂ 'ਚ, 40ਵਿਆਂ 'ਚ, 30ਵਿਆਂ 'ਚ ਜਾਂ 1910ਵਿਆਂ 'ਚ ਸਾਡੇ ਬਜ਼ੁਰਗਾਂ ਦੀ ਸੋਚ ਕੀ ਸੀ। ਫਿਰ ਉਸ ਤੋਂ ਬਾਅਦ ਸਾਡੀ ਸੋਚ ਕੀ ਬਣੀ, ਕੁਝ ਅਖਬਾਰਾਂ ਦੀ ਪਹਿਲਾਂ ਸੋਚ ਕੀ ਸੀ, ਬਾਅਦ ਦੇ ਵਿੱਚ ਉਹਨਾਂ ਦਾ ਦ੍ਰਿਸ਼ਟੀਕੋਣ ਕੀ ਬਣਿਆ, ਉਸ ਵੇਲੇ ਲੋਕਾਂ ਦੀ ਜਿਹੜੀ ਮੰਗ ਕੀ ਸੀ, ਪੱਤਰਕਾਰਾਂ ਦੀ ਪਹੁੰਚ ਕੀ ਸੀ। ਸੋ ਇਹ ਸਾਰਾ ਕੁਝ ਇਕੱਠਾ ਕਰਨ ਦੇ ਵਿੱਚ ਕਈਆਂ ਨੇ ਤਾਂ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ, ਕਈ ਪਿਛਲਾ ਇਤਿਹਾਸ ਦੇਣਾ ਨਹੀਂ ਚਾਹੁੰਦੇ ਆਪਣਾ। ਉਹ ਕਹਿੰਦੇ ਵੀ ਹੋਣ ਵਾਲਾ ਹੀ ਤੁਸੀਂ ਇਹ ਦੇਖੋ। ਉਹ ਫਿਰ ਕੋਸ਼ਿਸ਼ ਕੀਤੀ ਕਿ ਰਿਸਰਚ ਸੈਂਟਰਾਂ 'ਚ, ਜਿਵੇਂ ਵੈਨਕੂਵਰ ਦੀ ਲਾਇਬ੍ਰੇਰੀ ਹੈ ਜਾਂ ਹੋਰ ਥਾਵਾਂ ਨੇ, ਇਸ ਤਰ੍ਹਾਂ ਪੰਜਾਬ ਦੇ ਵਿੱਚ ਦਿੱਲੀ ਆਰਕਾਈਵਸ ਦੇ ਵਿੱਚ ਜਿਹੜੇ ਪੁਰਾਣੀਆਂ ਕਾਪੀਆਂ ਬਹੁਤ ਸਾਰੀਆਂ ਹਨ, ਯੂਨੀਵਰਸਿਟੀ ਦੇ ਵਿੱਚ ਜਿੱਥੇ ਜਿੱਥੇ ਮਿਲਦੀਆਂ ਨੇ। ਸੋ ਇਹ ਲੰਮਾ ਚੌੜਾ ਸਿਲਸਿਲਾ ਚੱਲਿਆ, ਪਰ ਖੁਸ਼ੀ ਇਸ ਗੱਲ ਦੀ ਹੈ ਕਿ ਥੋੜ੍ਹਾ ਬਹੁਤਾ ਉਹਦੇ 'ਚੋਂ ਇਕੱਠਾ ਕਰ ਸਕੇ ਹਾਂ। ਅਜੇ ਵੀ ਬਹੁਤ ਗੁੰਜਾਇਸ਼ ਹੈ, ਕਿਉਂਕਿ ਇਹਦਾ ਕੋਈ ਅੰਤ ਨਹੀਂ। ਬਿਲਕੁਲ। ਇਹ ਪਿਛਲੇ 100 ਸਾਲਾਂ ਦਾ ਜਿਹੜਾ ਪੱਤਰਕਾਰੀ ਪੰਜਾਬੀ ਦਾ ਇਤਿਹਾਸ ਤੁਸੀਂ ਸਰਵੇਖਣ ਇਹਦਾ ਕੀਤਾ, ਇਹਦੀ ਰੋਸ਼ਨੀ ਦੇ ਵਿੱਚ ਹੁਣ ਤੁਸੀਂ ਕੀ ਸਮਝਦੇ ਹੋ ਕਿ ਪੰਜਾਬੀ ਪੱਤਰਕਾਰੀ ਨੂੰ ਅੱਜ ਦੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਕੀ ਚੁਣੌਤੀਆਂ ਨੇ? ਬਹੁਤ ਗੰਭੀਰ ਇਹ ਮੁੱਦਾ। ਇਸ ਨੂੰ ਇੱਕ ਵੱਖਰੇ ਇਸ ਦੇ ਵਿੱਚ ਇੱਕ ਚੈਪਟਰ ਦੇ ਰੂਪ ਦੇ ਵਿੱਚ ਮੁਲਾਂਕਣ ਦੇ ਵਿੱਚ ਰੱਖਿਆ। ਚੁਣੌਤੀਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਚੁਣੌਤੀ ਤਾਂ ਇਹ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਪ੍ਰੋਫੈਸ਼ਨ ਲੋਕ ਆ ਉਹ ਪੱਤਰਕਾਰੀ ਦੇ ਵਿੱਚ ਬਹੁਤ ਘੱਟ ਆ ਰਹੇ ਆ। ਕਾਰਨ ਆਰਥਿਕਤਾ। ਇੱਕ ਅਦਾਰੇ ਦੇ ਵਿੱਚ ਉਹੀ ਵਿਅਕਤੀ ਜਿਹੜਾ ਕਿ ਲਿਖਦਾ ਹੈ, ਛਾਪਦਾ ਹੈ, ਐਡਵਰਟਾਈਜ਼ਮੈਂਟ 'ਤੇ ਜਾਂਦਾ, ਲੋਕਾਂ ਤੋਂ ਪੈਸੇ ਇਕੱਠੇ ਕਰਦਾ, ਡਿਸਟਰੀਬਿਊਟ ਕਰਦਾ, ਬਾਅਦ ਦੇ ਵਿੱਚ ਉਹ ਵਿਅਕਤੀ ਹੀ ਸਾਰਾ ਕੁਝ ਲੈ ਦੇ ਕੇ ਚੱਲਦਾ। ਕਾਰਨ ਕਿ ਉਸ ਵਿਅਕਤੀ ਦੀ ਇਕੱਲੇ ਦੇ ਖਰਚੇ ਵੀ ਨਹੀਂ ਉਹਦੇ 'ਚ ਨਿਕਲਦੇ। ਦੂਸਰੀ ਗੱਲ, ਅਖਬਾਰਾਂ ਦਾ ਮੁਫਤ ਵੰਡਿਆ ਜਾਣਾ। ਕਈ ਵਾਰ ਇਹ ਸਿਲਸਿਲਾ ਚੱਲਦਾ ਕਿ ਇਹ ਇੱਕ ਦੇਖੋ ਕਿੰਨੀ ਵਧੀਆ ਗੱਲ ਹੈ ਕਿ ਅਖਬਾਰ ਮੁਫਤ ਜਾਂਦੇ ਨੇ। ਕਮਿਊਨਿਟੀ ਦੇ ਅਖਬਾਰ ਵੀ ਇੱਥੇ ਹਨ, ਸਰੀ ਤੋਂ, ਵੈਨਕੂਵਰ, ਐਵਸਪੋਰਟ ਜਾਂ ਕੈਨੇਡਾ ਦੇ ਕਈ ਹਿੱਸਿਆਂ 'ਚੋਂ ਅੰਗਰੇਜ਼ੀ ਦੇ ਵੀ ਛਪਦੇ ਨੇ, ਪਰ ਉਹਨਾਂ ਦੇ ਇਹਨਾਂ 'ਚ ਅੰਤਰ ਹੈ। ਉਹਨਾਂ ਨੂੰ ਵਪਾਰਕ ਤੌਰ 'ਤੇ ਇੰਨਾ ਕੁ ਫਾਈਨੈਂਸ਼ਲੀ ਉਹਨਾਂ ਦੇ ਸੋਰਸਿਸ ਤਕੜੇ ਹੁੰਦੇ ਨੇ, ਸਰੋਤ ਬਹੁਤ ਜ਼ਿਆਦਾ। ਸਾਡੇ ਮਜਬੂਰਨ ਮੁਫਤ ਦੇ ਵਿੱਚ ਵੇਚੇ ਜਾ ਰਹੇ ਨੇ, ਅਤੇ ਇਹ ਕੋਈ ਚੰਗੀ ਗੱਲ ਨਹੀਂ। ਜੇ ਬੰਦਾ ਮੁਫਤ ਦਾ ਅਖਬਾਰ ਦੇਖਦਾ ਹੈ ਤਾਂ ਉਹ ਦੁਕਾਨ 'ਤੇ ਜਾਂ ਗੁਰਦੁਆਰੇ ਜਿੱਥੇ ਉਹ ਅਖਬਾਰ ਪਿਆ, ਇੱਕ ਦੀ ਥਾਂ 'ਤੇ 4-4 ਕਾਪੀਆਂ ਚੱਕਦਾ ਹੈ। 2 ਕੱਚ 'ਚ ਦਿੱਤੀਆਂ ਹੁੰਦੀਆਂ, ਮੀਂਹ ਪੈਂਦਾ ਇੱਕ ਸਿਰ 'ਤੇ ਰੱਖੀ ਹੁੰਦੀ ਹੈ, ਅਤੇ ਬਾਹਰ ਜਾ ਕੇ ਉਹਨੂੰ ਕੂੜੇਦਾਨ 'ਚ ਸੁੱਟ ਦਿੰਦਾ। ਉਹਦੇ ਭਾਅ ਦਾ ਇਹ ਹੈ ਵੀ ਜੇ ਕਣੀਆਂ ਡਿੱਗਦੀਆਂ ਨਾ ਤਾਂ ਇਹ ਅਖਬਾਰ ਨਾਲ ਪਾਣੀ ਮੈਂ ਸਿਰ 'ਤੇ ਜਿਹੜਾ ਆਉਣਾ ਉਹ ਤੋਂ ਰੁਕਣਾ। ਉਹਨੂੰ ਕਿਸੇ ਨੇ ਅਹਿਮੀਅਤ ਨਹੀਂ ਦੇਣੀ। ਉਸ ਚੀਜ਼ ਦਾ ਦੁਖਾਂਤ ਹੈ। ਤੀਜੀ ਗੱਲ, ਇਹੋ ਜਿਹੇ ਹਾਲਾਤ ਦੇ ਵਿੱਚ ਸਮਝੌਤਾਵਾਦੀ ਸੋਚ। ਉਹ ਸਮਝੌਤਾਵਾਦੀ ਸੋਚ ਕੀ ਹੈ ਕਿ ਆਪੋ ਆਪਣੇ ਗਰੁੱਪ ਜਿਹੜੇ ਆ ਉਹ ਕੁਛ ਇੱਕ ਫੰਡ ਕ੍ਰੀਏਟ ਕਰਦੇ ਆ। ਉਹ ਕਹਿੰਦੇ ਵੀ ਸਾਡਾ ਅਖਬਾਰ ਸਾਡੀ ਆਈਡੀਓਲੋਜੀ ਪੇਸ਼ ਕਰੇਗਾ। ਵੱਖ-ਵੱਖ ਧਾਰਾਵਾਂ ਇੱਥੇ ਚੱਲੀਆਂ, ਚਾਹੇ ਉਹ ਮਾਰਕਸਵਾਦੀ ਸੀ, ਖਾੜਕੂਵਾਦੀ ਸੀ, ਉੱਤਰ ਪ੍ਰਗਤੀਵਾਦੀ ਸੀ, ਜਾਂ ਕਿਸੇ ਹੋਰ ਦੀ, ਜਾਂ ਈਵਨ ਇੱਕ ਭਾਰਤ ਦੇ ਵਿੱਚ ਕੀਤੇ ਕੰਮਾਂ ਦੀ ਆਲੋਚਕ, ਇੱਕ ਉਸ ਦੇ ਵਿੱਚ ਕੀਤੇ ਕੰਮਾਂ ਦੀ ਪ੍ਰਸ਼ੰਸਕ। ਉਹਨਾਂ ਲੋਕਾਂ ਨੇ ਇਹ ਸਮਝ ਲਿਆ ਕਿ ਹੁਣ ਅਸੀਂ ਬਿਹਤਰ ਇਹ ਤਰੀਕਾ ਹੈ ਕਿ ਆਪਣਾ ਇੱਕ ਗਰੁੱਪ ਖੜਾ ਕਰੀਏ, ਉਸ ਦਾ ਫੰਡ ਕ੍ਰੀਏਟ ਕਰੀਏ,
ਤੇ ਅਸੀਂ ਆਪਣੀ ਦੱਬ ਕੇ ਪ੍ਰਚਾਰ ਕਰੀਏ, ਸਾਡੀ ਗੱਲ ਹੀ ਸੱਚ ਹੋਵੇ। ਕਿਹਾ ਜਾਂਦਾ ਨਾ ਕਿ 100 ਵਾਰੀ ਝੂਠ ਬੋਲੋ ਤਾਂ ਝੂਠ ਵੀ ਸੱਚ ਮਹਿਸੂਸ ਹੋਣ ਲੱਗ ਜਾਂਦਾ। ਸੋ ਉਹ ਬਾਰ-ਬਾਰ ਉਸ ਗੱਲ ਨੂੰ ਪ੍ਰਚਾਰਨਾ ਸ਼ੁਰੂ ਕਰ ਦਿੱਤਾ, ਜਿਹੜਾ ਕਿ ਮਾੜਾ ਰੁਝਾਨ ਸੀ। ਵਿਰੋਧੀ ਦੀ ਗੱਲ ਬਿਲਕੁਲ ਨਹੀਂ ਕੀਤੀ ਜਾਣੀ। ਤੀਸਰਾ ਅਗਲਾ ਪੁਆਇੰਟ ਜਿਹੜਾ ਸੀ ਉਹ ਇੱਕ ਮਾੜੀ ਚੀਜ਼ ਇਹ ਚੱਲੀ ਕਿ ਆਰਥਿਕਤਾ ਨੇ ਹੀ ਜਨਮ ਦਿੱਤਾ ਜਾਦੂ ਟੂਣੇ, ਜੰਤਰ ਮੰਤਰ, ਕਾਲੇ ਚਿੱਟੇ ਇਲਮ, ਗਿੱਦੜ ਸਿੰਘੀਆਂ, ਇਹ ਸਾਰਾ ਕੁਝ ਅਖਬਾਰਾਂ ਦੇ ਵਿੱਚ ਇੰਨਾ ਭਰਿਆ ਪਿਆ। ਅੱਜ ਇਹ ਗੱਲ ਅਫਸੋਸ ਨਾਲ ਕਹਿਣੀ ਪੈਂਦੀ ਹੈ, ਸ਼ਾਇਦ ਪੰਜਾਬ ਦੇ ਵਿੱਚ ਇੰਨੇ ਵਹਿਮ ਭਰਮ ਜਾਂ ਇੰਨਾ ਲੋਕਾਂ ਦੇ ਅੰਦਰ ਜਾਦੂ ਟੂਣਿਆਂ ਦੀ ਭਰਮਾਰ ਦਾ ਪ੍ਰਭਾਵ ਨਾ ਵੇਖਣ ਨੂੰ ਮਿਲੇ ਜਿੰਨਾ ਬਾਹਰਲੇ ਦੇਸ਼ਾਂ 'ਚ ਮਿਲਦਾ। ਫੁੱਲ ਪੇਜ, ਮੁਕੰਮਲ ਪੰਨੇ, ABC, ਇਹ ਪੰਡਤ ਜੀ ਮਹਾਰਾਜ, ਅਜਮੇਰੀ ਬਾਬਾ। ਫਿਰ ਹੋਰ ਮੈਂ ਇੱਕ ਦਿਨ ਬੈਠਾ ਪੱਤਰਕਾਰ ਬਖਸ਼ਿੰਦਰ ਤੇ ਬੈ ਗੱਲਾਂ ਬਾਤਾਂ ਕਰ ਰਿਹਾ, ਉਹਨੇ ਮੈਨੂੰ ਪੇਪਰ ਦਿਖਾਇਆ, ਕਹਿੰਦੇ ਆਹ ਦੇਖੋ ਇੱਕ ਮੈਂ ਤੁਹਾਨੂੰ ਪੇਪਰ ਦਿਖਾਉਣਾ, ਇਹ ਜਾਦੂ ਟੂਣੇ ਦੀ ਐਡ ਦੇ ਵਿੱਚ ਕਹਿੰਦੇ ਕਹਾਉਂਦੇ ਹਫ਼ਤਾਵਾਰੀ ਕੈਨੇਡਾ ਦੇ ਆਪਣੇ ਆਪ ਨੂੰ ਨੰਬਰ 1 ਦਾਅਵਾ ਕਰਨ ਵਾਲੇ ਅਖਬਾਰ ਦੀ ਕਾਪੀ ਰੱਖੀ। ਕਹਿੰਦੇ ਜੀ ਆਹ ਫੋਟੋ ਇਹਦੇ ਨਾਲ ਲੱਗੀ ਹੈ, ਜਿਹੜਾ ਇਹ ਮਹਾਰਾਜ ਜੀ ਇਹਦੀ ਪੁੱਛਿਆ ਦਿੰਦੇ ਨੇ ਫੋਟੋ ਭਲਾ ਪਛਾਣੋ ਕਿਹਦੀ ਹੈ। ਤੇ ਮੈਂ ਹੱਸਣ ਲੱਗਾ, ਮੈਂ ਕਿਹਾ ਤੁਸੀਂ ਦੱਸੋ ਕਿਹਦੀ। ਕਹਿੰਦੇ ਜੀ ਆਹ ਫੋਟੋ ਹੈਗੀ ਆ ਇੱਕ ਭਾਰਤ ਦੇ ਮੰਨੇ ਪਰਮੰਨੇ ਸ਼ਾਇਰ ਮਿਰਜ਼ਾ ਗਾਲਿਬ ਸਾਹਿਬ ਦੀ। ਮਿਰਜ਼ਾ ਗਾਲਿਬ ਦੀ ਫੋਟੋ ਨਾਲ ਲਾਈ ਆ ਤੇ ਨਾਲ ਉਸ ਜਾਦੂ ਟੂਣੇ ਵਾਲੇ ਦਾ ਇਸ਼ਤਿਹਾਰ ਦਿੱਤਾ। ਤੇ ਲੋਕੀ ਸਮਝਦੇ ਵੀ ਆਹ ਜਿਹੜਾ ਬੰਦਾ ਹੈ ਵੀ ਇਹ ਹੱਥ ਦੇਖਦਾ ਜਾਦੂ ਟੂਣੇ, ਉਹਦੀ ਰੂਹ ਉਹ ਬਦਅਸੀਸਾਂ ਹੀ ਦਊ ਵੀ ਮੈਨੂੰ ਕਿੱਥੇ ਫਿੱਟ ਕਰਨਾ ਸੀ। ਉਹ ਫਿੱਟ ਕਰਨ ਵਾਲੇ ਕਹਿੰਦੇ ਵੀ ਸਾਨੂੰ ਜੋ ਮਰਜ਼ੀ ਲਿਖ ਕੇ ਲਿਆ ਦਿਓ, ਸਾਨੂੰ ਨਾਲ 500 ਦਾ ਚੈੱਕ ਦੇ ਦਿਓ। ਸੋ ਇੱਕ ਮਾੜਾ ਰੁਝਾਨ ਚੱਲਿਆ। ਇਸੇ ਤਰੀਕੇ ਨਾਲ ਜਿਹੜੀਆਂ ਹੋਰ ਕਮਜ਼ੋਰੀਆਂ ਇਹ ਹੈ ਕਿ ਪੇਸ਼ਾਵਰ ਪਹੁੰਚ ਦੀ ਕਮੀ ਕਾਰਨ ਜਿਹੜੇ ਬੰਦੇ ਨੂੰ ਸੌਖਿਆਂ ਜਿਹਾ ਉਹ ਲੱਗਦਾ ਵੀ ਅੱਜ ਮੇਰਾ ਹੋਰ ਕੰਮ ਬੰਦ ਹੋ ਗਿਆ, ਚੱਲ ਮੈਂ ਅਖਬਾਰ 'ਚ ਚੱਲਦਾ, ਚੱਲ ਮੈਂ ਰੇਡੀਓ 'ਤੇ ਬੋਲ ਲੈਂਦਾ। ਪੈਮਾਨਾ ਕੀ ਹੈ? ਵਪਾਰ, ਪੈਸਾ ਕਿੰਨਾ ਲਿਆਉਂਦਾ, ਇਹ ਨਹੀਂ ਕਿ ਲਿਖਦਾ ਕੀ ਹੈ। ਇੱਕ ਬੰਦਾ ਮੇਰੇ ਕੋਲ ਆਇਆ, ਮੈਂ ਉਸ ਵੇਲੇ ਇੱਕ ਅਖਬਾਰ ਦੇ ਵਿੱਚ ਸਥਾਨਕ ਕੰਮ ਕਰਦਾ ਸੀ। ਬੜੀ ਦਿਲਚਸਪ ਜੀ ਗੱਲ ਹੈ, ਕਿਉਂਕਿ ਪੱਤਰਕਾਰੀ ਦਾ ਸਰਵੇਖਣ ਮੁਲਾਂਕਣ ਅਸੀਂ ਕਰ ਰਹੇ ਹਾਂ। ਉਹ ਕਹਿਣ ਲੱਗੇ ਜੀ ਵੀ ਇੱਥੇ ਕੰਮ ਕੁਮ ਹੈ ਕੋਈ? ਤੇ ਮੈਂ ਉਹਨੂੰ ਜਵਾਬ ਇਹੀ ਦਿੱਤਾ ਵੀ ਇੱਥੇ ਕੰਮ ਤਾਂ ਇੰਨਾ ਕੀ ਹੈ ਵੀ ਜਿਹੜਾ ਇੱਕ ਬੰਦੇ ਦਾ ਪਹਿਲਾਂ ਹੀ ਬਹੁਤ ਮੁਸ਼ਕਿਲ ਨਾਲ ਸਰਦਾ, ਪਰ ਫਿਰ ਵੀ ਤੁਸੀਂ ਦੱਸੋ। ਕਹਿੰਦਾ ਮੈਂ ਵੀ ਪੱਤਰਕਾਰੀ ਕਰਨੀ ਹੈ। ਮੈਂ ਕਿਹਾ ਕਿਸ ਤਰ੍ਹਾਂ ਵੀ ਤੁਹਾਡਾ ਇੱਧਰ ਰੁਝਾਨ ਕਿਵੇਂ ਪੈਦਾ ਹੋਇਆ? ਕਹਿੰਦਾ ਜੀ ਰੁਝਾਨ ਨੂੰ ਛੱਡੋ ਤੁਸੀਂ, ਇਹ ਮੈਨੂੰ ਨਹੀਂ ਸਮਝ ਆਉਣਾ। ਮੈਨੂੰ ਤਾਂ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਵੀ ਮੈਂ ਟਰੱਕ ਚਲਾਉਂਦਾ ਸੀ ਅਤੇ ਮੇਰਾ ਹਾਦਸਾ ਜਿਹਾ ਹੋ ਗਿਆ। ਹੁਣ ਮੇਰਾ ਟਰੱਕ ਚਲਾਉਣ ਦੇ ਵਿੱਚ ਇੰਨਾ ਕੁ ਦਰਦ ਹੁੰਦਾ ਕਿ ਪਿੱਠ ਮੇਰੀ ਬਰਦਾਸ਼ਤ ਨਹੀਂ ਕਰਦੀ। ਡਾਕਟਰ ਕਹਿੰਦਾ ਹੋਰ ਕੋਈ ਕੰਮ ਦੇਖ ਲੈ। ਕਹਿੰਦਾ ਮੈਂ ਕਿਹਾ ਅਖਬਾਰਾਂ ਵਾਲੀ ਆ ਅਤੇ ਮੈਂ ਅਖਬਾਰ ਕੱਢ ਲੈਂਦਾ, ਮੈਨੂੰ ਇੱਥੇ ਰੱਖ ਲਓ। ਮੈਂ ਕਿਹਾ ਵੀ ਧੰਨ, ਜੇ ਇਸ ਤਰ੍ਹਾਂ ਦਾ ਹੀ ਸਿਲਸਿਲਾ ਚੱਲਿਆ ਤਾਂ ਕਿੱਥੇ ਪਹੁੰਚੇਗਾ। ਹਾਲਾਂਕਿ ਉਹ ਟਰੱਕ ਚਾਲਕ ਦਾ ਜਿਹੜਾ ਉਹ ਪੇਸ਼ਾ 100 ਸਲਾਮਾਂ ਉਹਨਾਂ ਨੂੰ ਕਿ ਉਹਨਾਂ ਦੀ ਮਿਹਨਤ ਦਿਨ ਰਾਤ ਦੀ ਹੈ। ਟੈਕਸੀ ਚਾਲਕ ਦਿਨ ਰਾਤ ਦੀ ਮਿਹਨਤ, ਖੇਤਾਂ 'ਚ ਕੰਮ ਕਰਨ ਵਾਲੇ ਆਪੋ ਆਪਣੇ ਹੁੰਦਾ। ਪਰ ਜੇ ਕੋਈ ਇਹ ਕਵੇ ਵੀ ਮੈਂ ਪੱਤਰਕਾਰ ਹਾਂ ਜੀ ਅਤੇ ਮੈਂ ਕੈਲੀਫੋਰਨੀਆ ਨੂੰ ਤੁਹਾਡਾ ਜਾ ਕੇ ਟਰੱਕ ਲੈ ਜਾਊਂਗਾ ਅਤੇ ਭਜਾਈ ਫਿਰੂੰਗਾ ਅਤੇ ਮਰੂਗਾ ਆਪ ਵੀ ਅਤੇ ਮਾਰੂੰਗਾ ਦੂਜਿਆਂ ਨੂੰ ਵੀ। ਇਸੇ ਤਰ੍ਹਾਂ ਉਹ ਜੇ ਆਊਗਾ ਤਾਂ ਕਿ ਉਹ ਅਖਬਾਰ ਕੱਢ ਕੇ ਜੇ ਲੋਕਾਂ ਨੂੰ ਪਰੋਸ ਕੇ ਦੇਊਗਾ, ਬੇੜਾ ਤਾਂ ਦੋਨੇ ਪਾਸੇ ਗਰਕ ਹੋਣਾ। ਇਹ ਚੀਜ਼ ਦਾ ਬਹੁਤ ਵੱਡੇ ਪੱਧਰ 'ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇਹਦੇ ਨਾਲ ਹੀ ਇੱਕ ਹੋਰ ਸਾਡੇ ਜਿਹੜੀ ਮੁਸ਼ਕਿਲ ਆ ਰਹੀ ਹੈ ਉਹ ਇਹ ਹੈ ਕਿ ਅਸੀਂ ਕੋਈ ਚੰਗਾ ਪਲੇਟਫਾਰਮ ਸਥਾਪਿਤ ਨਹੀਂ ਕਰ ਸਕੇ। ਬੇਸ਼ੱਕ BC ਦੇ ਵਿੱਚ ਪੰਜਾਬੀ ਪ੍ਰੈਸ ਕਲੱਬ ਆਫ BC ਸਥਾਪਿਤ ਹੋਈ, ਤੁਸੀਂ ਉਹਦੇ ਬਕਾਇਦਾ ਪ੍ਰਧਾਨ ਵੀ ਰਹੇ ਅਤੇ ਮੈਂ ਵੀ ਇਸ ਦੇ ਵਿੱਚ ਉਹ ਕੰਮ ਕਰ ਰਿਹਾ। ਹੋਰ ਬਹੁਤ ਸਾਰੇ ਸੁਲਝੇ ਪੱਤਰਕਾਰ ਨੇ, ਇੱਕੋ ਇੱਕ ਜਿਹੜਾ ਇੱਥੇ ਅਸੀਂ ਇਹ ਪਲੇਟਫਾਰਮ ਤਿਆਰ ਕੀਤਾ ਹੈ, ਪਰ ਇਹ ਵੀ ਅਜੇ ਆਰੰਭਿਕ ਕੋਸ਼ਿਸ਼ਾਂ ਦੇ ਵਿੱਚ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਇਹੋ ਜਿਹੇ ਜਿਹੜੇ ਮੰਚ ਹੋਣੇ ਚਾਹੀਦੇ ਨੇ ਜਿੱਥੇ ਹੈਲਦੀ ਡਿਸਕਸ਼ਨ ਹੋਵੇ, ਉਸਾਰੂ ਗੱਲਬਾਤ ਹੋਵੇ। ਕਮੀ ਇੱਕ ਇਹ ਵੀ ਆ ਰਹੀ ਹੈ ਜੀ ਕਿ ਸਾਡੇ ਲੋਕਾਂ ਨੂੰ ਪੱਤਰਕਾਰੀ ਦਾ ਅਜੇ ਤੱਕ ਮੁੱਲ ਪਾਉਣਾ ਨਹੀਂ ਆਇਆ। ਅੰਮ੍ਰਿਤਾ ਪ੍ਰੀਤਮ ਦੀ ਇੱਕ ਲਾਈਨ ਕਮਾਲ ਦੀ ਹੈ, ਇਸ਼ਕ ਨੂੰ ਆਦਤ ਨਾ ਪਾਇਓ ਬੋਲਣ ਦੀ, ਅਜੇ ਤੱਕ ਲੋਕ ਕੰਨਾਂ ਨੂੰ ਸੁਣਨ ਦੀ ਜਾਂਚ ਨਹੀਂ ਆਈ। ਸੋ ਜਦੋਂ ਤੱਕ ਇਹ ਜਾਂਚ ਨਹੀਂ ਆਉਂਦੀ ਇਹ ਮੁਸ਼ਕਲ ਰਹੇਗਾ। ਜੇ ਅੱਜ ਸਾਡੇ ਅਖਬਾਰਾਂ ਨੂੰ ਪੜ੍ਹਨ ਦੇ ਵਾਸਤੇ ਨੌਜਵਾਨ ਪੀੜ੍ਹੀ ਅੱਗੇ ਨਾ ਆਈ, ਜੇਕਰ ਅਸੀਂ ਅਖਬਾਰਾਂ ਦੇ ਵਿੱਚ ਉਹ ਚੀਜ਼ਾਂ ਨਾ ਦੇ ਸਕੇ ਜਿਹੜੀਆਂ ਸਹੀ ਅਰਥਾਂ ਦੇ ਵਿੱਚ ਉਸ ਤਬਕੇ ਦੀਆਂ ਮੁਸ਼ਕਲਾਂ ਦੀ ਗੱਲ ਕਰਦੀਆਂ ਨੇ ਜਿਹੜੇ ਕੈਨੇਡਾ ਦੇ ਵਿੱਚ ਜੰਮੇ ਤੇ ਪਲੇ ਨੇ, ਜੇਕਰ ਉਹਨਾਂ ਨੂੰ ਕੁਝ ਨਾ ਮਿਲਿਆ, ਜੇਕਰ ਇੱਕ ਬਜ਼ੁਰਗ ਦੀ ਮੌਤ ਦੇ ਨਾਲ ਇੱਕ ਅਖਬਾਰ ਦੀ ਕਾਪੀ ਬੰਦ ਹੋ ਗਈ,
ਜੇਕਰ ਨੌਜਵਾਨਾਂ ਨੇ ਇਹ ਸੋਚਿਆ ਕਿ ਅਸੀਂ ਅੰਗਰੇਜ਼ੀ ਦੇ ਜਾਂ ਹੋਰਨਾਂ ਭਾਸ਼ਾਵਾਂ ਦੇ ਰੇਡੀਓ ਜਾਂ ਅਖਬਾਰ ਜਾਂ ਟੈਲੀਵਿਜ਼ਨ ਉਹਨਾਂ ਦੇ ਰਾਹੀਂ ਆਪਣੀ ਜਿਹੜੀ ਤ੍ਰਿਪਤੀ ਕਰਾਂਗੇ ਤਾਂ ਫਿਰ ਇਸ ਦਾ ਭਵਿੱਖ ਵਧੀਆ ਨਹੀਂ ਕਿਹਾ ਜਾ ਸਕਦਾ। ਇੱਕੋ ਤਰੀਕਾ ਹੈ ਕਿ ਅਸੀਂ ਪੰਜਾਬੀ ਪੱਤਰਕਾਰੀ ਦੇ ਪ੍ਰਤੀ ਫਿਕਰਮੰਦ ਹੋਈਏ ਤਾਂ ਕਿ ਅਸੀਂ ਇਸ ਨੂੰ ਆਉਂਦੀ ਸਦੀ ਦੇ ਵਿੱਚ ਵੀ ਇਸ ਨੂੰ ਚੰਗੀ ਤਰ੍ਹਾਂ ਮਜ਼ਬੂਤ ਲੀਹਾਂ 'ਤੇ ਲਿਜਾ ਸਕੀਏ। ਇਹ ਸਾਰੇ ਕੁਝ ਦੀ ਰੋਸ਼ਨੀ ਵਿੱਚ ਦੇਖਦਿਆਂ ਲੱਗਦਾ ਵੀ ਚੁਣੌਤੀਆਂ ਬਹੁਤ ਨੇ, ਪਰ ਫਿਰ ਵੀ ਭਵਿੱਖ ਵੱਲ ਸਾਨੂੰ ਆਸਵੰਦ ਹੋਣਾ ਚਾਹੀਦਾ। ਗੁਰਵਿੰਦਰ ਸਿੰਘ ਜੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਜਰਨੈਲ ਸਿੰਘ ਜੀ, ਇੱਕ ਮੈਂ ਇਸ ਦੇ ਵਿੱਚ ਗੱਲ ਜ਼ਰੂਰ ਚੁਣੌਤੀਆਂ ਦੀ ਗੱਲ ਜਦੋਂ ਤੁਸੀਂ ਸਵਾਲ ਦੇ ਵਿੱਚ ਕੀਤੀ, ਮੈਂ ਸੋਚਦਾ ਕਿ ਜਿਹੜੀ ਕੌਮ ਆਪਣੀਆਂ ਚੁਣੌਤੀਆਂ ਦੇ ਪ੍ਰਤੀ ਚੇਤੰਨ ਹੋਵੇ, ਜਾਗਰੂਕ ਹੋਵੇ, ਉਸ ਦਾ ਭਵਿੱਖ ਦੇ ਵਿੱਚ ਜਿਹੜਾ ਸੁਨਹਿਰੀ ਦਿਨ ਆਉਣੇ ਲਾਜ਼ਮੀ ਹੁੰਦੇ ਨੇ। ਸੁਭਾਵਿਕ ਹੀ ਹੈ ਕਿਉਂਕਿ ਉਹ ਫਿਕਰਮੰਦ ਹੈ। ਵਕਤ ਅੱਛਾ ਵੀ ਆਏਗਾ ਨਾਸਿਰ ਗਮ ਨਾ ਕਰ ਜ਼ਿੰਦਗੀ ਪੜੀ ਹੈ ਅਭੀ। ਹਨੇਰਾ ਹੋਣ ਤੋਂ ਪਹਿਲਾਂ ਜੋ ਦੀਵਾ ਬਾਲ ਰੱਖਦੇ ਨੇ, ਹਨੇਰੇ ਵਿੱਚ ਵੀ ਉਹ ਚਾਨਣ ਆਪਣੇ ਨਾਲ ਰੱਖਦੇ ਨੇ। ਚੁਣੌਤੀਆਂ ਦੇ ਪ੍ਰਤੀ ਇਕੱਲੇ ਪੱਤਰਕਾਰਾਂ ਨੂੰ ਸੁਚੇਤ ਹੋਣ ਦੀ ਲੋੜ ਨਹੀਂ, ਚੁਣੌਤੀਆਂ ਪ੍ਰਤੀ ਪਾਠਕਾਂ ਨੂੰ ਵੀ ਸੋਚਣਾ ਪੈਣਾ। ਉਹਨਾਂ ਵਪਾਰੀਆਂ ਨੂੰ ਵੀ ਸੋਚਣਾ ਪੈਣਾ ਕਿ ਜੇ ਅਸੀਂ ਬਾਬਿਆਂ ਤੇ ਜਾਦੂ ਟੂਣਿਆਂ ਦੀਆਂ ਐਡਾਂ, ਜੰਤਰ ਮੰਤਰਾਂ ਦੀਆਂ ਐਡਾਂ ਜਾਂ ਆਪੋ ਆਪਣੇ ਗਰੁੱਪਾਂ ਦੇ ਪ੍ਰਚਾਰ ਦੇ ਵਪਾਰ ਨੂੰ ਦੂਰ ਕਰਨਾ ਤਾਂ ਸਾਨੂੰ ਵੀ ਪੈਸਾ ਖਰਚ ਕੇ ਅਖਬਾਰ ਜਾਂ ਰੇਡੀਓ ਜਾਂ ਟੈਲੀਵਿਜ਼ਨ ਇਹਨਾਂ ਨੂੰ ਪ੍ਰਮੋਟ ਕਰਨਾ ਪਏਗਾ। ਤੇ ਜੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਯੂਨੀਵਰਸਿਟੀਆਂ 'ਚ ਪੜ੍ਹਾਇਆ ਜਾਵੇ, ਜੇ ਕੈਨੇਡਾ ਦੀ ਯੂਨੀਵਰਸਿਟੀ 'ਚ ਵੀ ਇਹ ਆਵੇ ਕਿ ਪੰਜਾਬੀ ਮੀਡੀਆ ਵੀ ਕੋਈ ਥਾਂ ਰੱਖਦਾ, ਇਸ ਦੀ ਕੋਈ ਹੋਂਦ ਹੈ, ਤਾਂ ਫਿਰ ਸਾਨੂੰ ਇਸ ਦੇ ਪ੍ਰਤੀ ਪੇਸ਼ਾਵਰ ਪਹੁੰਚ ਅਪਣਾਉਣੀ ਪਏਗੀ। ਤੇ ਸੱਚਮੁੱਚ ਉਸ ਦਿਨ ਜਿੱਦਣ ਸਾਡੇ ਨੌਜਵਾਨ ਬੱਚੇ ਵੀ ਮੀਡੀਆ 'ਚ ਆ ਗਏ, ਚਾਹੇ ਰੇਡੀਓ 'ਤੇ ਹੋਣ, ਟੈਲੀਵਿਜ਼ਨ 'ਤੇ ਹੋਣ, ਅਖਬਾਰਾਂ 'ਚ ਹੋਣ, ਜਾਂ ਪੰਜਾਬੀ ਪੜ੍ਹਨ ਲਿਖਣ ਵਾਲੇ ਇਹ ਮਹਿਸੂਸ ਕਰਨ ਲੱਗੇ ਕਿ ਅੰਗਰੇਜ਼ੀ ਨਹੀਂ ਪੰਜਾਬੀ ਦੇ ਅਖਬਾਰ ਦੀ ਵੀ ਬੁੱਕਤ ਚੰਗੀ ਹੈ। ਨਹੀਂ ਤਾਂ ਇੱਥੇ ਕੈਨੇਡਾ ਦੀ ਗੱਲ ਕੀ ਕਰ ਰਹੇ, ਗੱਲ ਪੰਜਾਬ ਦੀ ਵੀ ਕਰ ਲਓ। ਪੰਜਾਬ ਦੇ ਵਿੱਚ ਵੀ ਅੰਗਰੇਜ਼ੀ ਅਖਬਾਰ ਦਾ ਪੱਤਰਕਾਰ ਬਣਨ ਦੇ ਵਿੱਚ ਕੋਈ ਸ਼ਾਨ ਮਹਿਸੂਸ ਕਰਦਾ, ਕਿਉਂਕਿ ਜੇ ਉਹਦੀ 10,000 ਦੀ ਤਨਖਾਹ ਤੇ ਪੰਜਾਬ ਦਾ ਜਿਹੜਾ ਪੰਜਾਬੀ ਦਾ ਪੱਤਰਕਾਰ ਹੈ ਉਹਨੂੰ 150 ਰੁਪਈਆ ਮਿਲਦਾ, ਤੇ ਇਹ ਗੱਲ ਅਫਸੋਸਨਾਕ ਹੈ। ਸੋ ਇਹ ਦੁਨੀਆ ਪੱਧਰ 'ਤੇ ਆਪਣੀ ਮਾਂ ਬੋਲੀ ਨੂੰ ਅਸੀਂ ਉਤਸ਼ਾਹਿਤ ਕਰੀਏ, ਕਿਉਂਕਿ ਪੰਜਾਬੀ ਪੱਤਰਕਾਰੀ ਦੀ ਜੇ ਸਭ ਤੋਂ ਵੱਡੀ ਦੇਣ ਕੈਨੇਡਾ ਦੀ ਧਰਤੀ 'ਤੇ ਦੇਖੀਏ ਤਾਂ ਉਹ ਇਹ ਹੈ ਕਿ ਮਰਦਮਸ਼ੁਮਾਰੀ ਦੇ ਵਿੱਚ ਜੇ ਅੱਜ ਪੰਜਾਬੀ ਕੈਨੇਡਾ ਦੀ ਤੀਜੀ ਵੱਡੀ ਭਾਸ਼ਾ ਹੈ, ਜੇਕਰ ਪੰਜਾਬੀ ਦੇ ਵਿੱਚ ਗਾਈਡਾਂ ਛਪ ਰਹੀਆਂ ਨੇ, ਹਸਪਤਾਲਾਂ ਦੇ ਬਾਹਰ ਜਾਣਕਾਰੀ ਪੰਜਾਬੀ 'ਚ ਹੈ, ਦਫ਼ਤਰਾਂ ਦੇ ਵਿੱਚ ਪੰਜਾਬੀ ਦੇ ਵਾਸਤੇ ਅਨੁਵਾਦਿਤ ਬੋਲੀ ਦੇ ਤੌਰ 'ਤੇ ਛਾਪਿਆ ਜਾਂਦਾ ਹੈ, ਰਾਜਨੀਤਿਕ ਲੋਕ ਆਪਣੇ ਸਾਈਨ ਬੋਰਡ ਪੰਜਾਬੀ 'ਚ ਲਾ ਰਹੇ ਨੇ, ਤੇ ਪੰਜਾਬੀ ਦਾ ਜੀਵਨ ਸ਼ੈਲੀ ਤੇ ਬੋਲੀ ਦਾ ਪ੍ਰਚਾਰ ਹੋ ਰਿਹਾ, ਤਾਂ ਇਸ ਦੇ ਵਿੱਚ ਕੈਨੇਡਾ ਦੇ ਪੰਜਾਬੀ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਕਿਹਾ ਜਾ ਸਕਦਾ ਹੈ। ਬਹੁਤ ਬਹੁਤ ਧੰਨਵਾਦ ਗੁਰਵਿੰਦਰ ਸਿੰਘ ਜੀ, ਤੇ ਅਖੀਰ ਮਹਿਕ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਬਹੁਤ ਬਹੁਤ ਧੰਨਵਾਦ। ਸੁਪਰ ਵੀਜ਼ਾ ਇੰਸ਼ੋਰੈਂਸ ਕਰਵਾਉਣਾ ਤੁਹਾਡੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਫੈਸਲਾ ਹੈ, ਪਰ ਇਹ ਕਰਵਾਉਣ ਤੋਂ ਪਹਿਲੇ ਕੁਝ ਚੀਜ਼ਾਂ ਤੇ ਧਿਆਨ ਦੇਣਾ ਜ਼ਰੂਰੀ ਹੈ, ਜਿਵੇਂ ਕਿ ਕਿਸੇ ਕਾਰਨ ਕਰਕੇ ਤੁਹਾਡੀ ਐਪਲੀਕੇਸ਼ਨ ਨਾਮਨਜ਼ੂਰ ਹੋ ਜਾਏ ਜਾਂ ਤੁਹਾਡੇ ਪੇਰੈਂਟਸ ਨੂੰ ਕੁਝ ਮਹੀਨਿਆਂ ਬਾਅਦ ਵਾਪਸ ਜਾਣਾ ਪੈ ਜਾਏ ਤਾਂ ਤੁਹਾਡੇ ਦਿੱਤੇ ਹੋਏ ਪੈਸਿਆਂ ਦਾ ਕੀ ਬਣੇਗਾ। ਇਹੋ ਜਿਹੇ ਹੋਰ ਸਵਾਲਾਂ ਦੇ ਜਵਾਬ ਇੱਕ ਭਰੋਸੇਮੰਦ, ਇਮਾਨਦਾਰ ਤੇ ਤਜਰਬੇਕਾਰ ਪ੍ਰੋਫੈਸ਼ਨਲ ਹੀ ਦੇ ਸਕਦਾ ਹੈ। ਇਸ ਲਈ ਪੰਜਾਬ ਇੰਸ਼ੋਰੈਂਸ ਏਜੰਸੀ ਨੂੰ ਫੋਨ ਕਰਨ ਦਾ ਕੋਈ ਹਰਜ ਨਹੀਂ। ਜਸਟ ਗਿਵ ਇਟ ਅ ਟਰਾਈ। ਪੰਜਾਬ ਇੰਸ਼ੋਰੈਂਸ, ਲਿਵ ਯੋਰ ਡ੍ਰੀਮ। ਕੀ ਹੋਇਆ? ਕਿਸ ਨਾਲ ਲੜਕੇ ਹੈਗੀਆਂ? ਤਾਂ ਹਰ ਵੇਲੇ ਮਜ਼ਾਕ ਹੀ ਸੁਝਦਾ ਹੈ। ਕੀ ਹੋਇਆ? ਆ ਮੰਮੀ ਡੈਡੀ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮੰਗਾਉਣ ਲਈ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਡੀਆਂ ਕਮਾਈਆਂ ਪਈਆਂ ਨੇ। ਕੀ ਕਹਿੰਦੇ ਆ? ਕਦੇ ਕਦੇ ਆ ਪੇਪਰ ਲੈ ਕੇ ਆਓ, ਕਦੇ ਆ ਪੇਪਰ ਲੈ ਕੇ। ਓ ਮਾਈ ਗॉड, ਮੈਂ ਤਾਂ ਦੁਖੀ ਹੋ ਚੁੱਕੀ ਹਾਂ। ਬਸ ਇੰਨੀ ਗੱਲ ਤੋਂ ਘਬਰਾ ਗਈ? ਆਹ ਇੰਨੀ ਕੀ ਗੱਲ ਆ? ਜਦੋਂ ਆਪਾਂ ਨਾ ਕਰਾਉਨ ਇਮੀਗ੍ਰੇਸ਼ਨ ਦੇ ਰਾਜਪਾਲ ਹੋਟਲਰ ਨੂੰ ਮਿਲੇ ਨਾ ਤਾਂ ਉਹਨਾਂ ਨੇ ਕੰਮ ਮਿੰਟਾਂ ਸਕਿੰਟਾਂ 'ਚ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਘਬਰਾ ਗਈ ਸੀਗੀ। 9057897744। ਮੌਰਗੇਜ ਨਵੀਂ ਲੈਣੀ ਹੈ ਜਾਂ ਰੀਨਿਊ ਕਰਾਉਣੀ ਹੈ ਤਾਂ ਅੱਜ ਹੀ ਮਿਲੋ ਕਮਿਊਨਿਟੀ ਦੇ ਮਸ਼ਹੂਰ ਮੌਰਗੇਜ ਬ੍ਰੋਕਰ ਸਰਦਾਰ ਸਰੂਪ ਸਿੰਘ ਚੰਦੀ ਹੋਰਾਂ ਨੂੰ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਅਤੇ ਪ੍ਰਾਈਵੇਟ ਮੌਰਗੇਜ ਵਿੱਚ ਬਚਤ ਕਰਨ ਵਾਸਤੇ ਭਰੋਸੇਯੋਗ ਨਾਮ ਸਰਦਾਰ ਸਰੂਪ ਸਿੰਘ ਚੰਦੀ। ਲਾਈਫ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਅਤੇ ਹੋਮ ਇੰਸ਼ੋਰੈਂਸ ਵੀ ਕਰਦੇ ਹਨ। 6045725050 ਸਰਦਾਰ ਸਰੂਪ ਸਿੰਘ ਚੰਦੀ। AAA Auto Body ਆਪਣੇ ਭਰਾਵਾਂ ਦੀ ਬਰਨਵੀ ਵਿੱਚ ਵਨ ਆਫ ਦ ਬਿਗੇਸਟ ICBC ਆਥੋਰਾਈਜ਼ਡ ਆਟੋ ਬਾਡੀ ਸ਼ਾਪ, ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਤੇ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ, ਤੇ ਬਿਨਾਂ ਸ਼ੱਕ ਹਾਈ-ਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ।
ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ, ਪੇਂਟਿੰਗ ਜਾਂ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਹਰਮੇਸ਼ ਸ਼ਰਮਾ 604-299-1054. They can handle ICBC claim and inspection independently.